ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਤੋਂ ਆਪਾਂ ਉਸੇ ਟਾਪਿਕ ਤੇ ਵਿਚਾਰ ਰੱਖਾਂਗਾ। ਜਾਗ ਰੇ ਮਨ ਜਾਗਨ ਹਾਰੇ, ਇਹ ਤੀਜਾ ਵੀਡੀਓ ਹੈਗਾ। ਮੈਂ ਦੱਸਿਆ ਕਿ ਜਿਹੜਾ ਅਚੇਤਨ ਮਨ ਹੈ ਜਾਂ ਮੁਰਛਿਤ ਮਨ ਜਾਂ ਅਨਕॉन्शियस ਮਾਈਂਡ, सबकॉन्शियस ਮਾਈਂਡ, ਕॉन्शियस ਮਾਈਂਡ, ਇਹ ਤਿਮੰਜਲੇ ਭਵਨ ਦੇ ਵਾਂਗਰ ਹੈਗੇ ਨੇ। ਬੰਦਾ ਜਿਹੜਾ ਹੈ ਕॉन्शियस ਲੈਵਲ 'ਤੇ ਹੀ ਜ਼ਿਆਦਾਤਰ ਬੰਦੇ ਜਿਹੜੇ ਆਪਣਾ ਜੀਵਨ ਯਾਪਨ ਫਸਟ ਫਲੋਰ ਵਿੱਚ ਕਰਕੇ ਨਿਕਲ ਜਾਂਦੇ ਨੇ। ਕੀ ਹੋ ਰਿਹਾ ਹੇਠਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਲੇਕਿਨ ਮਹਾਰਾਜ ਜਿਹੜਾ ਬਾਣੀ ਵਿੱਚ ਦੱਸ ਰਹੇ ਨੇ ਉਹ ਇਸੇ ਨੂੰ ਜਗਾਉਣ ਵਾਸਤੇ ਜਿਹੜਾ ਨਾ ਉਪਦੇਸ਼ ਦੇ ਰਹੇ ਨੇ। ਭਾਈ ਹੈ ਤੂੰ ਜਾਗਣ ਹਾਰਾ, ਲੇਕਿਨ ਜਾਗ ਜਾ। ਮਤਲਬ ਉਹਦਾ ਇੱਕ ਪ੍ਰੂਫ ਇਹ ਵੀ ਦੇ ਰਹੇ ਨੇ ਗੁਰੂ ਸਾਹਿਬ ਕਿ ਜਗਾਓਗੇ ਤੇ ਜਾਗ ਜਾਏਗਾ। ਜਾਗਣ ਹਾਰਾ ਹੈਗਾ, ਜਾਗਣ ਹਾਰਾ ਹੈ, ਇਸ ਕਰਕੇ ਜਾਗ ਜਾਏਗਾ। ਇਹ ਗੱਲ ਜਿਹੜੀ ਹੈ ਨਾ ਬਹੁਤ ਧਿਆਨ ਨਾਲ ਗੁਰੂ ਸਾਹਿਬ ਨੇ ਲਿਖੀ ਹੈਗੀ ਔਰ ਸਾਨੂੰ ਦੱਸੀ ਹੈ ਕਿ ਉਹ ਹੈ ਜਾਗਣ ਹਾਰਾ, ਜਗਾ ਲੈ, ਜਾਗ ਜਾਏਗਾ। ਹੁਣ ਮੈਂ ਦੱਸਿਆ ਕਿ ਇਹ ਜਿਤਨਾ ਆਪਾਂ ਹੇਠਾਂ ਜਾਵਾਂਗੇ ਧਿਆਨ ਵਿੱਚ, ਸਪਿਰਿਚੁਅਲੀ ਜਿਹੜਾ ਬੰਦਾ ਉੱਤੇ ਜਾਏਗਾ। ਜਾਗਣ ਹਾਰੇ ਲੈਵਲ ਤੇ ਵੀ ਹੇਠਾਂ, ਮਤਲਬ ਜਿਹੜਾ ਮੁਰਛਿਤ ਮਨ ਹੈਗਾ, ਬੇਹੋਸ਼ੀ ਵਿੱਚ ਹੈ, ਉਹਦੇ ਹੇਠਾਂ ਵੀ ਅਜੇ ਇੱਕ ਹੋਰ ਲੈਵਲ ਹੈਗਾ। ਉਹਦੇ ਹੇਠਾਂ ਲੈਵਲ ਦਾ ਸੁਪਰ ਕੌਨਸ਼ੀਅਸ ਮਾਈਂਡ ਆਖਦੇ ਨੇ ਉਸਨੂੰ। ਉਹ ਸੁਪਰ ਕੌਨਸ਼ੀਅਸਨੈਸ ਹੈ, ਉੱਥੇ ਰੱਬ ਵਸਦਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਜੀ ਤੇਰੇ ਨਾਲ ਹੈ। ਇੱਥੇ ਸ਼ਬਦ ਅਗਲੀ ਲਾਈਨ ਵਿੱਚ ਗੁਰੂ ਸਾਹਿਬ ਨੇ ਦਿੱਤਾ ਕਿ ਹਰਜੀ ਜਿਹੜਾ ਹੈਗਾ ਉਹ ਤੇਰੇ ਨਾਲ ਹੈਗਾ। ਹਰੀ ਦੀ ਲਾਈਟ ਜਿਹੜੀ ਹੈ ਉਹ ਨਾਲ ਹੈਗੀ ਹੈ। ਉਸ ਦੇ ਨਾਲ ਸਰਚਿੰਗ ਸਟਾਰਟ ਹੋਏਗੀ। ਗੋ ਬਿੰਦ, ਗੋ ਦਾ ਮਤਲਬ ਗਿਆਨ, ਬਿੰਦ ਦਾ ਮਤਲਬ ਪੁਆਇੰਟ। ਐਸਾ ਪੁਆਇੰਟ ਜਿੱਥੇ ਗਿਆਨ ਦਾ ਵਰਤਾਰਾ ਹੈਗਾ, ਉਹ ਲਾਈਟ ਚਾਹੀਦੀ ਹੈ, ਗਿਆਨ ਰੂਪੀ ਲਾਈਟ। ਗੋ ਬਿੰਦ, ਗਿਆਨ ਵਾਲਾ ਬਿੰਦ। ਉਹ ਗਿਆਨ ਵਾਲੇ ਬਿੰਦ ਨੂੰ ਸਟਾਰਟ ਕਰਨਾ ਪੈਂਦਾ। ਜਦ ਗੋ ਬਿੰਦ ਗੱਜੇਗਾ, ਅੰਦਰ ਜਿਹੜਾ ਚਾਨਣਾ ਹੋਣਾ ਸ਼ੁਰੂ ਹੋ ਜਾਏਗਾ। ਅੰਦਰ ਜਦ ਚਾਨਣਾ ਹੋਏਗਾ, ਹਨੇਰਾ ਆਪਣੇ ਆਪ ਗਾਇਬ ਹੋ ਜਾਏਗਾ। ਇਹ ਹਨੇਰੇ ਔਰ ਚਾਨਣੇ ਦਾ ਉਸੂਲ ਹੈ। ਜਿੱਥੇ ਚਾਨਣਾ ਆਏਗਾ, ਹਨੇਰਾ ਆਟੋਮੈਟਿਕਲੀ ਗਾਇਬ ਹੋ ਜਾਏਗਾ। ਉਸ ਨੂੰ ਸਾਂਣ ਦੀ ਲੋੜ ਨਹੀਂ ਹੈਗੀ ਕਿ ਇੱਕ ਝਾੜ ਆਪਾਂ ਜਾ ਕੇ ਹੇਠਾਂ ਕੱਟਾਂਗੇ। ਬਹੁਤ ਵੱਡਾ ਤਲਾਬ ਹੈ, ਬਹੁਤ ਸਾਰੇ ਝਾੜ ਹੈਗੇ ਨੇ, ਉਤਨਾ ਵਰਕਆਊਟ ਕਰਨਾ ਨਹੀਂ ਹੈਗਾ। ਗੋ ਬਿੰਦ, ਉਸ ਗਿਆਨ ਦੇ ਬਿੰਦੂ ਨੂੰ ਜਿਸ ਤਰ੍ਹਾਂ ਹੀ ਆਪਾਂ ਔਨ ਕਰਾਂਗੇ, ਅੰਧੇਰਾ ਸਾਰਾ ਦਾ ਸਾਰਾ ਗਾਇਬ ਹੋ ਜਾਏਗਾ, ਪੂਰੀ ਲਾਈਟ ਖਿਲਰ ਜਾਏਗੀ। ਇਹ ਅੰਧੇਰੇ ਔਰ ਚਾਨਣੇ ਦਾ ਜਿਹੜਾ ਹੈ ਨਾ ਗੁਣ ਹੈਗਾ। ਜਿਸ ਤਰ੍ਹਾਂ ਸਵੇਰੇ ਸਵੇਰੇ ਜਿਸ ਤਰ੍ਹਾਂ ਹੀ ਸੂਰਜ ਉਗਦਾ ਹੈ, ਪੂਰੀ ਵਣਸਪਤੀ ਹਰੀ ਭਰੀ ਹੋ ਜਾਂਦੀ ਹੈ। ਪੂਰੀ ਚਿੜੀਆ ਦਾ ਜਿਹੜਾ ਨੈਟਵਰਕ ਹੈ ਉਹ ਜਾਗਰਿਤ ਹੋ ਜਾਂਦਾ ਹੈਗਾ, ਚਾਲੂ ਹੋ ਜਾਂਦਾ ਹੈ। ਪੂਰਾ ਬ੍ਰਹਿਮੰਡ, ਪੂਰੀ ਪ੍ਰਥਵੀ ਜਿਹੜੀ ਹੈਗੀ ਆਪਣੀ, ਉਹਦੇ ਵਿੱਚ ਜਾਨ ਆ ਜਾਂਦੀ ਹੈਗੀ, ਚਾਨਣਾ ਆ ਜਾਂਦਾ। ਹਨੇਰਾ ਗਾਇਬ ਹੋ ਗਿਆ। ਹਨੇਰੇ ਵਿੱਚ ਸਾਰੀ ਵਣਸਪਤੀ, ਝਾੜ, ਪੱਤੇ, ਪਸ਼ੂ ਪਕਸ਼ੀ, ਇਨਸਾਨ, ਕੀੜੇ ਮਕੌੜੇ ਸਭ ਸੋ ਰਹੇ ਸਨ, ਕਿਉਂਕਿ ਹਨੇਰਾ ਸੀਗਾ। ਜਿਸ ਤਰ੍ਹਾਂ ਹੀ ਸੂਰਜ ਦੀ ਲਾਈਟ ਆਈ, ਪਕਸ਼ੀਆਂ ਦੀ ਆਵਾਜ਼ ਸ਼ੁਰੂ ਹੋ ਜਾਂਦੀ ਹੈ। ਜਿਸ ਤਰ੍ਹਾਂ ਹੀ ਪੋ ਫਟਦੀ ਹੈ, ਅਨੇਕਾਂ ਕਿਸਮ ਦੀ ਤਰੰਗਾਂ ਇਸ ਪ੍ਰਥਵੀ ਚਾਲੂ ਹੋ ਜਾਂਦੀਆਂ ਨੇ।
मनुष्य नहीं चालू होंदा, वनस्पति चालू हो जाती है। कई ऐसे फ्लावर हैं सनलाइट देख के ही है ना जागृत हो जाते हैं। सनफ्लावर ही नाम है ਉਹਦਾ। जिस तरह ही सन की लाइटां पैंदियां ਉਹ खिड़ ਉੱਠਦਾ ਹੈ, ਰਾਤ ਨੂੰ ਸੁੱਤਾ ਪਿਆ ਰਹਿੰਦਾ, ਉਹਦੇ ਪੰਖੁੜੀ ਜਿਹੜੇ ਨੇ ਡਿੱਗੇ ਰਹਿੰਦੇ ਨੇ। ਫਿਰ ਜਿਹੜੇ ਜਿਸ ਤਰ੍ਹਾਂ ਹੀ ਸਵੇਰੇ ਹੈ ਖਿੜਨਾ ਸ਼ੁਰੂ ਹੋ ਜਾਂਦਾ, ਜਿਹੜੀ ਛੋਟੀ ਛੋਟੀ ਕਲੀਆਂ ਸਨ ਉਹ ਖਿੜਨੀ ਸ਼ੁਰੂ ਹੋ ਜਾਂਦੀ ਹੈ ਸਵੇਰੇ ਦੇ ਟਾਈਮ ਤੇ ਸੂਰਜ ਦੀ ਲਾਈਟ ਤੇ। मतलब जिथे ही लाइट जाएगी हनेरा गायब हो जाएगा ऑटोमेटिकली। गो बिंद ज्ञान का बिंदु जलाना पैंदा है। ज्ञान का बिंदु जगया और हनेरा गायब। लेकिन इतना बोलण नाल नहीं होएगा, ये थ्योरिटिकल है मैं जरा दस रहा, लेकिन पहले थ्योरी समझांगे तो आप प्रैक्टिकल कर सकते। गोबिंद 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 ये जबान नाल बोलण नाल काम नहीं होंदा, उसनू ऑन करना पैंदा। ऑन करन दी विधियां हैगियां ने, उन्हां विधियां ते उत्ते चलना पैंदा हैगा, तां फिर जिहड़ा है गोबिंद गज पैंदा हैगा। हनेरा गायब होंदा, उहदे विच टाइम लगदा है, समय लगदा है, क्षण आंदा है, प्रतीक्षा करनी पैंदी है, पेशेंस रखना पैंदा हैगा और साधना करनी पैंदी है। डीप रूटेड ध्यान आप गुरु साहब लगाते हैं। इस प्रकार जब लाइट ਉਹਦੇ अंदर आ जाएगी, वो फिर जितने भी घृणा दे फुरने हैं, गंदे फुरने हैं, नेगेटिव फुरने हैं, सारी चीज़ां ਜਿਹੜੀਆਂ ने वो गायब होनी शुरू हो जाती है। और जिस तरह ये वाला माइंड साफ हो जाता हैगा, तो त्रेहे माइंड आपस में सिंक्रोनाइज हो जाते हैं, आपस में कोऑर्डिनेशन में खेल खेलते हैं। हुण कोई द्वंद नहीं रहेगा, शांति रहेगी। सबकॉन्शियस माइंड जेड़ा सी और अनकॉन्शियस माइंड वो काले फुरने या गंदे फुरने, नेगेटिव फुरने और त्रिगुणी फुरने वो सप्लाई करते सन। हुण वो जेड़ा है उत्थे लाइट जग पई है, वो लाइट साडे अंदर हैगी। जेड़ी मैं दसी गल, ये दुनिया की पूरी डेवलपमेंट जेड़ी है कॉन्शियस माइंड दे चलदे हैगी। पूरी वैज्ञानिक विधि वैज्ञानिकों ने जो भी इस दुनिया में दिता हैगा वो कॉन्शियस माइंड के थ्रू आया है। वो कॉन्शियस माइंड किस तरह काम करता है वो भी आपां समझना पड़ेगा। एक जिस तरह साइंटिस्ट रहिंदा है वो ऑब्जर्व करता है। की ऑब्जर्व करता है? जो भी उसने खोज करनी रहिंदी पहले उसकी थारो स्टडी कर लेंदा, फिर वो एक्सपेरीमेंट करता लैब के अंदर बैठ के और कंटीन्यूअस वो ऑब्जर्व करता रहता है भी मैं जेड़ा एक कर रहा ਉਹਦਾ की नतीजा, ये नतीजा निकलना चाहिए वो माइंड में बजिया रहता। जिस तरह फैराडे हैगा, ज़्यादा पढ़िया लिखा इंसान नहीं सीगा, वो मैकेनिक सी, लेकिन उसने सब तो वड्डी खोज की अज जी अपने घर में पावर सप्लाई हो रही है, ये उसके बनाए हुए सिद्धांत सीगे। मैगनेटिज्म, मैगनेटिक प्रिंसिपल उसने बनाए सी कि मैगनेटिज्म तो इलैक्ट्रिसिटी किस तरह कन्वर्ट होती है। पढ़िया लिखिया नहीं सीगा, विल पावर सी, मेहनत बहुत करता सी, ऑब्जर्व करता रहता सी कि ये जड़ा है ये मैं कुंडली बना ली, ओदी वायर जी है वाइंड अप कर दी है, वो मैगनेट नूं बार बार जड़ा ना अंदर वाड़दा सी, लेकिन वो गैल्वेनोमीटर जड़ा वो कुछ भी इंडिकेटर नहीं करता सीगा कि बिजली बन रही है कि बिजली नहीं बन रही है। एक दिन उसनू जड़ा है ना अजीब दी बेगानापन उहदे शरीर विच आ गया। उसने कसके जड़ी है वो मैगनेट नू अपने हाथों सटिया, बाई चांस जड़ा है वो उस पाइप के थ्रू बाहर निकल गया। उसने देखा गैल्वेनोमीटर जड़ा हैगा कुछ इंडिकेट कर देता है, इंडिकेटर जड़ा घूम गया। उसने ऑब्जर्व किया सर
ਸਾਰਾ ਕੁਝ ਆਬਜ਼ਰਵ ਕਰ ਰਿਹਾ ਸੀ ਉਹ। ਉਸਨੇ ਫਿਰ ਬਣਾਇਆ ਐਟ ਏ ਵਾਟ ਰੇਟ we have to rotate the magnet, then only electricity will get generated in coil। उसने बहुत बड़ा एक मतलब दुनिया ਨੂੰ मैग्नेटिज्म ਦਾ ਫਿਰ ਸਿਧਾਂਤ ਬਣਾਇਆ, ਫਿਰ ਮੈਥਮੈਟੀਕਲ ਫਾਰਮੂਲੇ ਬਣਾਏ, ਫਿਰ ਸਟੇਟਮੈਂਟ ਬਣਾਈ, ਫਿਰ ਲੋਕਾਂ ਨੂੰ ਦੱਸਿਆ, ਆਪਣੀ ਜਿਹੜੀ ਹੈਗੀ ਉਹਨਾਂ ਨੂੰ ਦੱਸਿਆ, ਫਿਰ ਲੋਕਾਂ ਨੇ ਵੀ ਕਰਕੇ ਦੇਖਿਆ ਹਾਂ ਵੀ ਇਹਦੀ ਗੱਲ ਠੀਕ ਹੈ। ਫਿਰ ਅੱਜ ਤੇ ਕੁਝ ਸਾਲਾਂ ਵਿੱਚ ਹੀ ਜਿਹੜਾ ਹੈ ਵੱਡੇ ਵੱਡੇ ਪਾਵਰ ਸਟੇਸ਼ਨ ਬਣ ਗਏ ਹੈਗੇ ਨੇ ਉਸੇ ਦੇ ਬੇਸਿਕ ਸਿਧਾਂਤ ਨੂੰ ਦੱਸੇ ਹੋਏ। ਉਸਦੇ ਕੋਲ ਇੱਕ ਪੱਤਰਕਾਰ ਨੇ ਪੁੱਛਿਆ ਬਈ ਇਹ ਤੂੰ ਖੋਜ ਤੇ ਕਰ ਦਿੱਤੀ ਤਾਂ ਕੀ ਕੰਮ ਹੋਏਗਾ? ਬੋਲੇ ਇਹ ਅਜੇ ਨਵਜਾਤ ਸ਼ਿਸ਼ੂ ਹੈਗਾ, ਜਸਟ ਬੋਰਨ ਚਾਈਲਡ ਹੈ, ਇਹ ਵੱਡਾ ਹੋ ਕੇ ਕੀ ਕਰੇਗਾ ਇਹ ਮੈਂ ਹੁਣੇ ਨਹੀਂ ਦੱਸ ਸਕਦਾ। ਪੱਤਰਕਾਰ ਨੇ ਉਹ ਗੱਲਾਂ ਵੀ ਲਿਖ ਦਿੱਤੀਆਂ, ਲੇਕਿਨ ਅੱਜ ਉਹਦੀ ਗੱਲ ਸੱਤ ਨਿਕਲੀ ਕਿ ਅੱਜ ਇਤਨੇ ਵੱਡੇ ਵੱਡੇ ਪਾਵਰ ਸਟੇਸ਼ਨ ਬਣ ਗਏ, ਪਿੰਡ ਪਿੰਡ ਵਿੱਚ ਬਿਜਲੀ ਪਹੁੰਚ ਗਈ ਹੈ, ਔਰ ਬਿਜਲੀ ਨਾਲ ਕੀ ਹੋ ਰਿਹਾ ਹੈ ਉਹ ਆਪਾਂ ਸਭ ਦੇਖਦੇ ਹਾਂ। ਟ੍ਰੇਨਾਂ ਚਲਦੀਆਂ ਨੇ, ਲਾਈਟਾਂ ਜਗਦੀਆਂ ਨੇ, ਏਸੀ ਚੱਲਦੇ ਨੇ, ਬਾਈ ਦਾ ਪ੍ਰਿੰਸੀਪਲ ਆਫ ਮੈਗਨੇਟਿਜ਼ਮ, ਐਂਡ ਇਟ ਹੈਜ਼ ਬੀਨ ਗਿਫਟਡ ਬਾਈ ਫੈਰਾਡੇ, ਗ੍ਰੇਟ ਸਾਇੰਟਿਸਟ। ਇਸ ਤਰ੍ਹਾਂ ਸਾਇੰਟਿਸਟਾਂ ਨੇ ਜੋ ਵੀ ਪ੍ਰਾਪਤੀ ਕੀਤੀ ਉਹ ਆਬਜ਼ਰਵੇਸ਼ਨ ਦੇ ਥਰੂ ਕੀਤੀ ਹੈ। ਸਾਰੇ ਸਾਇੰਟਿਸਟ ਜੋ ਵੀ ਕਾਢ ਹੋਈ ਹੈ ਡਿਊ ਟੂ ਆਬਜ਼ਰਵੇਸ਼ਨ। ਇਸੇ ਤਰ੍ਹਾਂ ਇਸ ਆਬਜ਼ਰਵੇਸ਼ਨ ਨੂੰ ਆਪਾਂ ਅੰਦਰ ਲੈ ਜਾਣਾ ਹੈਗਾ। ਅੰਦਰਲੇ ਪਾਸੇ ਜਦ ਆਪਾਂ ਆਬਜ਼ਰਵੇਸ਼ਨ ਲੈ ਜਾएंगे ਤਾਂ ਜਿਹੜਾ ਹੈ ਗੋਬਿੰਦ ਗੱਜੇਗਾ, ਚਾਨਣਾ ਹੋਏਗਾ। ज्ञान रूपी चानना थ्रू ऑब्जर्वेशन जाएगा। यू हैव टू ऑब्जर्व व्हाट इज गोइंग इनसाइड योर माइंड। जागृत माइंड विच की हो रहा है, फिर अगली विचार करनी पड़ेगी कि भाई कित्थों फुरने आ रहे ने, उथे तक जाना पड़ेगा थ्रू ऑब्जर्वेशन। ये कोई फिजिकल लाइट नहीं ले जानी है कि आप कमरे में लाइट जला ली हो गए जी हुण हो जाएगा सब, या अंदर ऑपरेशन करा के कद लाइट बत्ती जलवा ली, ये नहीं चलना। चलेगा कि गुरबाणी मन ਨੂੰ ਜਗਾਉਣ ਵਾਸਤੇ ਆਪਾਂ ਨੂੰ ਇੱਕ ਹੋਰ ਵੀ ਪਰਮਾਤਮਾ ਨੇ ਗਿਫਟ ਦਿੱਤੀ ਹੈ, ਉਹ ਸਾਡੇ ਅੰਦਰ ਹੀ ਹੈਗੀ। ਉਹ ਕੀ ਹੈ ਕੁਆਲਿਟੀ ਬੰਦੇ ਵਿੱਚ ਕਿ ਬੰਦਾ ਆਪਣੇ ਆਪ ਨੂੰ ਆਬਜ਼ਰਵ ਕਰਦਾ ਰਹਿੰਦਾ। ਉਹ ਆਬਜ਼ਰਵਿੰਗ ਜਿਹੜੀ ਹੈਗੀ ਉਹ ਅੰਦਰਲੇ ਪਾਸੇ ਲੈ ਜਾਣੀ ਹੈਗੀ। ਕਿਹੜਾ ਫੁਰਨਾ ਆਇਆ, ਜਿਸ ਤਰ੍ਹਾਂ ਕਿਸੇ ਬੰਦੇ ਨੂੰ ਗੁੱਸਾ ਆ ਗਿਆ ਉਹ ਆਪਣੇ ਰੂਮ ਵਿੱਚ ਜਾ ਕੇ ਬੈਠ ਜਾਵੇ। ਹੀ ਹੈਜ਼ ਟੂ ਆਬਜ਼ਰਵ ਕਿ ਆਇਆ ਕਿੱਥੋਂ। हौली हौली वो डीप ਵਿੱਚ पहुंच जाएगा। जब वो पहुंच जाएगा तो कट भी देगा, ਉਹਦੇ ਵਿੱਚ ਆਪਣੇ ਆਪ ਤਾਕਤ ਆ ਜਾਏਗੀ। ਜਿਸ ਤਰ੍ਹਾਂ ਆਪਾਂ ਆਬਜ਼ਰਵੇਸ਼ਨ ਕਰੀ ਜਾਵਾਂਗੇ ਉਹ ਚੀਜ਼ਾਂ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ। यही ऑब्जर्वेशन बाहर भी काम आ रही है, यही ऑब्जर्वेशन अंदर भी जाएगी। ऑब्जर्वेशन इतने ਵੱਡੇ ਬਾਹਰਲੇ ਪਾਸੇ ਕਰ ਦਿੱਤੇ ਨੇ ਉਸਨੇ ਖੇਡ, ਅੰਦਰਲੇ ਪਾਸੇ ਇਸ ਤੋਂ ਵੱਡੀ ਖੇਡ ਹੋਏਗੀ, ਬਹੁਤ ਵੱਡੀ ਖੇਡ, ਕਈ ਗੁਣਾ ਵੱਡੀ। ਲੇਕਿਨ ਆਪਾਂ ਨੂੰ ਗੁਰੂ ਸਾਹਿਬ ਡਟਾ ਰਹੇ ਨੇ। ਇੱਕ ਤੇ ਤੂੰ ਜਾਗਣ ਹਾਰਾ ਹੈਗਾ, ਪੂਰਾ ਮੁਰਛਿਤ ਨਹੀਂ ਹੈ, ਬੇਹੋਸ਼ ਨਹੀਂ ਹੈ, ਸਿਰਫ ਬੇਹੋਸ਼ੀ ਅਜੇ ਹੈ। ਲੇਕਿਨ ਜਿਸ ਤਰ੍ਹਾਂ ਹੀ होश आएगा भला चंगा हो जाएगा, क्योंकि जागण हारा है तू। ऐसा नहीं कि एकदम ही लक्कड़ नूं बोल रहे हैं। लक्कड़ जागण हारी नहीं है, लेकिन वो जिहड़ा मुरछित हैगा, बेहोश, जिस तरह डॉक्टर ऑपरेशन करके ख़त्म कर लैंदा, कुछ घंटिया बाद होश आ जाती है, इसे प्रकार ये भी जागण हारा हैगा, ये जाग पऊ। जगाण वास्ते इसनूं ऑब्जर्वेशन करनी पैंदी है।
ਸੋ ਆਬਜ਼ਰਵੇਸ਼ਨ ਦਾ ਵੀ ਜਿਹੜਾ ਹੈ ਉਹ ਸਭ ਗੁਰੂ ਸਾਹਿਬ ਨੇ ਲਿਖਿਆ ਹੋਇਆ। ਸਾਡੇ ਅੰਦਰ ਇੱਕ ਸਾਖਾ ਹੈਗਾ, ਉਸਨੂੰ ਗੁਰ ਕੀ ਸਾਖੀ ਵੀ ਆਖਦੇ ਨੇ, ਗੁਰਸਾਖਾ ਵੀ ਆਖਦੇ ਨੇ, ਬਾਬਾ ਵੀ ਆਖਦੇ ਨੇ। ਕਈ ਨਾਮਾਂ ਤੋਂ ਉਸ ਨੂੰ ਸੰਬੋਧਿਤ ਕੀਤਾ ਜਾਂਦਾ। ਵਿਟਨੈਸਿੰਗ ਪਾਵਰ ਵੀ ਆਖਦੇ ਨੇ। ਮਤਲਬ ਸਾਡੇ ਅੰਦਰ ਹੀ ਹੈਗੀ, ਉਹ ਲਾਈਟ ਹੈਗੀ। ਉਹ ਲਾਈਟ ਬਾਹਰਲੇ ਪਾਸੇ ਖੇਲਾਂਗੇ ਤੇ ਬਾਹਰ ਦੀ ਡਿਵੈਲਪਮੈਂਟ ਹੋ ਜਾਏਗੀ, ਅੰਦਰਲੇ ਪਾਸੇ ਉਹਦਾ ਖੇਡ ਸਟਾਰਟ ਹੋਏਗਾ, ਉਹ ਅੰਦਰਲੇ ਪਾਸੇ ਹੋ ਜਾਏਗੀ। ਹਰ ਫੁਰਨੇ ਨੂੰ ਤੁਸੀਂ ਜਾਗਰਿਤ ਵੇਖਦੇ ਰਹੋਗੇ, ਆਬਜ਼ਰਵ ਕਰਦੇ ਰਹੋਗੇ, ਉਹ ਖਤਮ ਹੋ ਜਾਏਗਾ ਫੁਰਨਾ ਆਣਾ। ਉਹਦਾ ਆਪਾਂ ਰੂਟ ਸਮਝ ਗਏ ਹਾਂ ਕਿ ਆਂਦਾ ਸਬਕੌਂਸ਼ੀਅਸ ਨੂੰ ਲੜਾਈ ਝਗੜਾ ਕਰਾ ਕੇ ਜਿਹੜਾ ਨਾ ਦਵੰਦ ਪੈਦਾ ਕਰ ਦਿੰਦਾ। ਇਹ ਗੱਲ ਤੇ ਆਪਾਂ ਹੁਣ ਸਮਝ ਗਏ, ਗੁਰੂ ਸਾਹਿਬ ਨੇ ਸਮਝਾ ਦਿੱਤੀ ਹੈ। ਉਹ ਇਹ ਵੀ ਸਮਝਾ ਦਿੱਤਾ ਕਿ ਉਹ ਜਾਗਣਹਾਰਾ ਹੈਗਾ। ਇਹ ਵੀ ਗੱਲ ਸਮਝ ਲੈਣੀ ਚਾਹੀਦੀ ਕਿ ਉਹ ਜਾਗਣਹਾਰ ਹੈ, ਜਾਗੇਗਾ, ਡੈਫੀਨੇਟਲੀ ਜਾਗੇਗਾ। ਆਪਾਂ ਨੂੰ ਥੋੜਾ ਮਿਹਨਤ ਕਰਨੀ ਪਏਗੀ, ਲੇਕਿਨ ਸਾਰੀ ਜਿਹੜੀ ਹੈ ਹੌਲੇ 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 ਹੁੰਦੀ ਹੈਗੀ। ਆਪਾਂ ਨੂੰ ਕਿ ਆਬਜ਼ਰਵਿੰਗ ਕੈਪੈਸਿਟੀ ਆਪਣੀ ਵਧਾਣੀ ਹੈਗੀ, ਆਪਣੀ ਕੌਨਸ਼ੀਅਸਨੈਸ ਜਿਹੜੀ ਹੈ ਉਸ ਨੂੰ ਵਧਾਉਣਾ ਹੈ। ਹੌਲੀ ਹੌਲੀ ਜਿਹੜਾ ਹੈ ਉਹ ਖੇਡ ਬਣ ਜਾਏਗੀ, ਅਨੁਭਵ ਨਾਲ ਹੋਏਗਾ, ਮੇਰੀ ਗੱਲਾਂ ਸੁਣਨ ਨਾਲ ਨਹੀਂ ਹੋਏਗਾ। ਤੁਹਾਨੂੰ ਆਪ ਨੂੰ ਕਰਨਾ ਪਏਗਾ। ਜਿਤਨੀ ਹਿੰਟ ਗੁਰੂ ਸਾਹਿਬ ਨੇ ਦੇ ਦਿੱਤੀ ਹੈ ਔਰ ਜਿਤਨੀ ਮੇਰੇ ਕੋਲ ਅਖਵਾ ਲਈ ਹੈ ਉਤਨੀ ਕਾਫੀ ਹੈ। ਹੁਣ ਤੁਹਾਡੀ ਡਿਊਟੀ ਹੈ ਉਸ ਨੂੰ ਜਗਾਣਾ ਔਰ ਸਾਰੀਆਂ ਗੱਲਾਂ ਲੈ ਕੇ ਚੱਲਣਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ। ਮਨ ਦਾ ਜਦ ਸਰੂਪ ਚੰਗੇ ਪਾਸੇ ਹੋ ਜਾਏਗਾ, ਹਰੀ ਉਹਦੇ ਨਾਲ ਆਲਰੇਡੀ ਹੈ, ਹੁਣੇ ਵੀ ਹੈ। ਹਰੀ ਹੁਣੇ ਵੀ ਹੈ, ਲੇਕਿਨ ਪਰਦੇ ਦੇ ਚਲਦੇ ਦਿਖ ਨਹੀਂ ਰਿਹਾ। ਇਹ ਪਰਦਾ ਹੌਲੀ ਹੌਲੀ ਹਟਦਾ, ਯਕਦਮ ਨਹੀਂ ਉੱਡ ਜਾਏਗਾ, ਹਟ ਜਾਏਗਾ। ਟਾਈਮ ਲੱਗਦਾ ਹੈ। by observing yourself, your activity, your thought, ਜਿਸ ਤਰ੍ਹਾਂ ਹੀ ਆਬਜ਼ਰਵ ਕਰਦੇ ਜਾਓਗੇ, ਰਾਮ ਰੌਲਾ ਜਿਹੜਾ ਨਾ ਮਾਈਂਡ ਦਾ ਖਤਮ ਹੋ ਜਾਏਗਾ, ਦਵੰਦ ਖਤਮ ਹੋ ਜਾਏਗਾ, ਡਬਲ ਮਾਈਂਡਡਨੈਸ ਖਤਮ ਹੋ ਜਾਏਗੀ। ਇਹ ਜਿਹੜੇ ਵਿਚਾਰ ਹੈਗੇ ਨੇ ਆਪਣੇ ਅੰਦਰ, ਤ੍ਰਿਗੁਣੀ ਵਿਚਾਰ, ਰਜੋ ਤਮੋ ਸਤੋ, ਇਹ ਸਭ ਮਾयावी ਵਿਚਾਰ ਹੈਗੇ ਨੇ। ਇਹ ਮਾयावी ਵਿਚਾਰ ਜਿਸ ਤਰ੍ਹਾਂ ਹੀ ਹਟਣਗੇ, ਚੌਥੇ ਪਦ ਮੇਂ ਸੋ ਜਨ ਗਤ ਪਾਏ, ਚੌਥਾ ਪਦ ਜਿਹੜਾ ਹੈ ਨਾ ਆਪਣੇ ਆਪ ਪ੍ਰਾਪਤ ਹੋਏਗਾ। ਉੱਥੇ ਤੱਕ ਗੁਰੂ ਮਹਾਰਾਜ ਲੈ ਕੇ ਜਾਣਗੇ। ਲੇਕਿਨ ਆਪਾਂ ਨੂੰ ਕੀ ਕਰਨਾ, ਆਪਾਂ ਨੂੰ ਆਬਜ਼ਰਵ ਕਰਨਾ ਇੱਕ ਇੱਕ ਫੁਰਨੇ ਦੇ ਉੱਤੇ, ਔਰ ਆਪਾਂ ਨੂੰ ਇੱਕ ਟੈਕਨੀਕ ਸਿਮਰਨ ਦੀ ਉਹ ਯਾਦ ਰੱਖਣੀ ਚਾਹੀਦੀ ਹੈ। ਸਾਤਾਨਾਮਾ ਸਾਤਾਨਾਮਾ, ਇਹ ਆਲਰੇਡੀ ਮੈਂ ਇੱਕ ਵੀਡੀਓ ਵਿੱਚ ਅਪਲੋਡ ਕੀਤੀ ਹੋਈ ਹੈ, ਕਿਰਪਾ ਕਰਕੇ ਆਪ ਦੇਖ ਲਓ। ਫਿਰ ਜਿਹੜਾ ਉਹ ਮਾਈਂਡ ਆਪਣੇ ਆਪ ਜਾਗृत होना शुरू हो जाएगा। समय लगेगा लेकिन जागृति निश्चित है, क्योंकि वो है ही जागणहारा। एक्चुअली वो डेड नहीं हैगा, जागणहारा है ਉਹਦੇ ਵਿੱਚ। सिर्फ जगाण ਦੀ ਲੋੜ ਹੈ। आप जगाओ अपना ਸੁੱਤੇ ਹੋਏ ਅਚੇਤਨ ਜਾਂ ਮੁਰਛਿਤ ਮਨ ਨੂੰ, ਜਿਸ ਤਰ੍ਹਾਂ ਗੁਰੂ ਉਪਦੇਸ਼ ਹੈਗਾ। ਹੋਰ ਵੀ ਜਗ੍ਹਾ ਉਪਦੇਸ਼ ਇਹੀ ਹੈ ਕਿ ਆਬਜ਼ਰਵੇਸ਼ਨ ਜਿਹੜੀ ਹੈ ਉਹ ਕਰੋ। ਬਾਹਰਲਾ ਜਗਤ ਇਤਨਾ ਵਿਕਸਿਤ ਹੋ ਗਿਆ ਹੈ, ਆਪਣੇ ਅੰਦਰਲੇ ਜਗਤ ਨੂੰ ਵੀ ਮਨੁੱਖ ਵਿਕਸਿਤ ਕਰ ਸਕਦਾ ਹੈ। ਮਨ ਹਰਜੀ ਤੇਰੇ ਨਾਲ ਹੈ, ਹਰੀ ਤੇਰੇ ਨਾਲ ਹੈ, ਤੇ ਹੋਰ ਕਿਸੇ ਦੀ ਲੋੜ ਨਹੀਂ ਹੈਗੀ। ਸਿਰਫ ਟਿਪਸ ਟੈਕਨੀਕਸ ਕਾਫੀ ਹੈਗੀ ਨੇ। ਹੌਸਲਾ ਇਹੀ ਰੱਖੋ ਕਿ ਹਰੀ ਮਨ ਹਰਜੀ ਤੇਰੇ ਨਾਲ ਹੈ। ਹਰੀ ਕੀ ਇੱਕ ਲਾਈਟ ਹੀ ਹੈ। ਛੋਟਾ ਜਿਹਾ ਬਿੰਦ ਜਿਹੜਾ ਮੈਂ ਆਖ ਰਿਹਾ ਗਿਆਨ ਦਾ ਬਿੰਦ, ਉਹ ਲਾਈਟ ਹੀ ਹੈ। ਇੱਥੇ ਜਿਹੜੀ ਹੈ ਗਿਆਨ ਨੂੰ ਹੀ ਲਾਈਟ ਆਖਦੇ ਨੇ, ਉਹ ਲਾਈਟ ਨੂੰ ਗਿਆਨ ਆਖਦੇ ਨੇ। ਹਨੇਰਾ ਹਨੇਰਾ ਹੈ, ਗਿਆਨ ਜਦ ਆਏਗਾ ਉਹ ਆਪੇ ਆਪ ਜਿਹੜਾ ਹੈ ਚਾਨਣਾ ਹੋ ਜਾਏਗਾ। ਸਾਰੀ ਸਮੱਸਿਆਵਾਂ ਜਿਹੜੀਆਂ ਨੇ ਉਹ ਖਤਮ ਹੋ ਜਾਣਗੀਆਂ। ਸਰੀਰ ਵਿੱਚ ਜਿਹੜਾ ਹੈ ਮਾइंड ਵਿੱਚ ਆਪਸ ਵਿੱਚ ਸਿੰਕਰੋਨਾइज ਹੋ ਜਾਏਗਾ। परमानेंट शांति आएगी। ये रोज रोज की टक 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 सब खत्म हो जाएगा। अल बल जड़ा चलता रहता ना सब खत्म हो जाएगा।
ਔਰ ਮਨੁੱਖ ਦਾ ਜਿਹੜਾ ਸਰੀਰ ਹੈ ਉਹ ਵੀ ਸ਼ਾਂਤ ਰਹੇਗਾ, ਮਨ ਵੀ ਸ਼ਾਂਤ ਰਹੇਗਾ। ਕਿਉਂਕਿ ਤ੍ਰੈ ਮਾਈਂਡ ਜਿਹੜੇ ਡਿਸਟਰਬਿੰਗ ਸਨ ਉਹ ਸ਼ਾਂਤ ਹੋ ਗਏ ਨੇ। ਅੰਦਰੋਂ ਜਿਹੜੇ ਫੁਰਨੇ ਆਣੇ, ਜੇ ਗੰਦੇ ਫੁਰਨੇ ਆਣੇ ਸੀ, ਨੈਗੇਟਿਵ ਆਉਂਦੇ ਸੀ, ਉਹ ਸਿਲਸਿਲਾ ਖਤਮ ਹੋ ਗਿਆ ਕਿਉਂਕਿ ਲਾਈਟ ਆ ਗਈ ਹੈ। ਸੋ ऑब्जर्वेशन इज इम्पॉर्टेंट on mind's action. What thoughts are going on inside the mind, you have to observe. माइंड ਦੀ ਜਿਹੜੀ ਹੈ ਉਹ ਘਟ ਜਾਏਗੀ, ਹੌਲੀ ਹੌਲੀ ਸਟਾਪ ਹੋ ਜਾਏਗੀ। ਫਿਰ ਇੱਕ ਜਿਹੜਾ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ, ਇਹ ਵਾਰੀ ਗੋਬਿੰਦ ਨੂੰ ਮਿਲਣ ਦੀ ਰਹੇਗੀ ਔਰ ਗੋਬਿੰਦ ਦੀ ਵੀ ਪ੍ਰਾਪਤੀ ਹੋਏਗੀ, ਗਿਆਨ ਦੀ ਪ੍ਰਾप्ति होएगी। और जो जो चीज़ अपनी मनोकामना है प्रभ मिलवे को, प्रभ मिलन की जिहड़ी आस हैगी वो पूर्ण होएगी। एक आस जिहड़ी है प्रभु दे मिलन की मनुख दे अंदर चलती रहती है। मनुख नाम क्यों जपदा है कि भाई प्रभु नाल मिलाप हो जाए, एक आस उहदे अंदर रहिंदी है। वो यही रहती है कि मैनू प्रभु नू मिलना है, मैं इस वेरी मिल के ही जावांगा उसनू। मन जितनी भी शैतानियां खेड ले, मन कोई शैतानी नहीं खेड़दा है। उस जिहड़ा एक्टिव माइंड है वो निर्दोष हैगा। ये जिहड़ा हैगा दूजा मूर्छित मन, उसे नू जगाउण वास्ते गुरु साहब आख रहे ने। और जगाउण दी टैक्नीक हुण जिहड़ी है मैं एलोबरेट कर दित्ती है। गुरु की किरपा नाल जिहड़ा है जागृत हो जाएगा। तुहानू मेहनत करनी पएगी। जब वो हौली हौली जागृत होएगा तो शांति आएगी। मन शांत आई वजी बधाई ता होआ परवान। मन में यदि शांति आनी शुरू हो गई होर बधाई होएगी, होर वाधा होएगा, वजी बधाई वधा जाएगा, वधा जाएगा, इतना बच जाएगा कि उसनू परवानगी दे लैवल विच आपे चला जाएगा। जब उस लैवल ते आ जाएगा तो मुक्ति की प्राप्ति हो जानी है। परवानगी हो गई, मुक्त हो जाएगा आत्मा। इस प्रकार वाहिगुरु जी का खालसा, वाहिगुरु जी की फतेह। भुल्लां चुक्कां दी माफ़ी मंगदा, किसी नूं इहदी गल ना पसंद आए, ना समझ आए या उहदे व्यू मेरे नाल ना मिलन, उहदी भी माफ़ी चाहता। वाहिगुरु जी का खालसा, वाहिगुरु जी की फतेह।